ਸਤਿ ਸ਼੍ਰੀ ਅਕਾਲ। ਮੇਰਾ ਨਾਮ ਬੇਅੰਤ ਕੌਰ ਹੈ। ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਡਿਸਟ੍ਰਿਕਟ ਕਪੂਰਥਲਾ ਵਿੱਚ ਟੂਰਿਜ਼ਮ ਐਂਡ ਹੋਸਪਿਟੈਲਿਟੀ ਦੀ ਟ੍ਰੇਨਰ ਹਾਂ। ਅੱਜ ਮੇਰਾ ਟੌਪਿਕ ਹੈ ਗਲੋਬਲ ਡਿਸਟ੍ਰੀਬਿਊਸ਼ਨ ਸਿਸਟਮ, ਜੋ ਕਿ ਕਲਾਸ +2 ਦਾ 8th ਯੂਨਿਟ ਦਾ ਇੱਕ ਟੌਪਿਕ ਹੈ। GDS ਦੀ ਫੁੱਲ ਫਾਰਮ ਹੈ ਗਲੋਬਲ ਡਿਸਟ੍ਰੀਬਿਊਸ਼ਨ ਸਿਸਟਮ। ਅੱਜ ਦੇ ਇਸ ਟੌਪਿਕ ਵਿੱਚ ਅਸੀਂ ਕੀ ਕੁਝ ਸਿੱਖਾਂਗੇ ਉਹ ਹੈ, ਸਭ ਤੋਂ ਪਹਿਲਾਂ GDS ਹੁੰਦਾ ਕੀ ਹੈ, ਫੰਕਸ਼ਨਸ ਆਫ GDS ਕਿੱਦਾਂ ਕੰਮ ਕਰਦਾ ਹੈ, ਮੇਨ ਫੀਚਰਸ ਆਫ GDS ਦੇ ਜੋ ਮੇਨ ਫੀਚਰਸ ਹੁੰਦੇ ਨੇ ਉਹਨਾਂ ਬਾਰੇ, ਅਤੇ ਇਸ ਦੀ ਹਿਸਟਰੀ ਅਤੇ ਐਵੈਲੂਏਸ਼ਨ, ਔਰ ਨਾਲ ਦੀ ਨਾਲ CRS ਯਾਨੀ ਕਿ ਕੰਪਿਊਟਰ ਰਿਜ਼ਰਵੇਸ਼ਨ ਸਿਸਟਮ ਵੀ ਕਿਹਾ ਜਾਂਦਾ ਹੈ ਇਸ ਨੂੰ। ਇਸ ਤੋਂ ਇਲਾਵਾ ਡਿਵਲਪਮੈਂਟ ਸਟੇਜਸ ਆਫ ਵੇਰੀਅਸ GDS, ਕਿੰਨਾ ਸਟੇਜਸ 'ਤੇ ਜੋ ਕਿ ਗਲੋਬਲ ਡਿਸਟ੍ਰੀਬਿਊਸ਼ਨ ਸਿਸਟਮ ਨੇ ਕਿੱਦਾਂ ਵਿਕਾਸ ਕੀਤਾ। ਇਸ ਤੋਂ ਇਲਾਵਾ ਪਾਰਟੀਸਪੇਸ਼ਨ ਲੈਵਲਸ ਆਫ CRS ਕੰਪਿਊਟਰ ਰਿਜ਼ਰਵੇਸ਼ਨ ਸਿਸਟਮ ਦੇ ਜੋ ਕਿ ਪਾਰਟੀਸਪੇਸ਼ਨ ਲੈਵਲਸ ਹੁੰਦੇ ਨੇ ਉਹਨਾਂ ਬਾਰੇ, ਔਰ ਕੁਝ ਇਸ ਤਰ੍ਹਾਂ ਦੇ ਸੋਫਟਵੇਅਰ ਨੇ ਜਿੱਦਾਂ ਅਮੇਡੀਅਸ, ਗਲੀਲੀਓ, ਸੈਬਰੇ, ਵਰਡਸਪੇਨ, ਜੋ ਕਿ GDS ਪ੍ਰੋਵਾਈਡ ਕਰਵਾਉਂਦੇ ਨੇ। GDS ਹੁੰਦਾ ਕੀ ਹੈ? GDS ਦੀ ਫੁੱਲ ਫਾਰਮ ਗਲੋਬਲ ਡਿਸਟ੍ਰੀਬਿਊਸ਼ਨ ਸਿਸਟਮ। ਇਹ ਇੱਕ ਇੱਦਾਂ ਦਾ ਸੋਫਟਵੇਅਰ ਹੁੰਦਾ ਹੈ ਜੋ ਕਿ ਟਰੈਵਲ ਏਜੰਟਾਂ ਦੁਆਰਾ ਜਾਂ ਏਅਰਲਾਈਨਸ ਦੁਆਰਾ ਆਪਣੀਆਂ ਟਿਕਟਿੰਗ ਦੀ ਬੁਕਿੰਗ ਲਈ, ਜਾਂ ਕਹਿ ਲਓ ਹੋਟਲ ਰਿਜ਼ਰਵੇਸ਼ਨ ਲਈ, ਕਾਰ ਰੈਂਟਲ ਵਗੈਰਾ ਲਈ ਯੂਜ਼ ਕੀਤਾ ਜਾਂਦਾ ਹੈ। ਜਿਹੜੇ ਪ੍ਰੀਮੀਅਰ ਗਲੋਬਲ ਡਿਸਟ੍ਰੀਬਿਊਸ਼ਨ ਸਿਸਟਮਸ ਨੇ ਉਹ ਨੇ ਅਮੇਡੀਅਸ, ਗਲੀਲੀਓ, ਸੈਬਰੇ ਐਂਡ ਵਰਡਸਪੇਨ। ਇਹ ਉਸ ਤਰ੍ਹਾਂ ਦੇ ਸੋਫਟਵੇਅਰ ਨੇ ਜੋ ਕਿ ਇੱਕ ਟਰੈਵਲ ਏਜੰਟ ਨੂੰ ਜਾਂ ਇੱਕ ਏਅਰਲਾਈਨਸ ਨੂੰ GDS ਪ੍ਰੋਵਾਈਡ ਕਰਵਾਉਂਦੇ ਨੇ। GDS ਟਰੈਵਲ ਏਜੰਟਸ ਦੀ ਹੈਲਪ ਕਰਦਾ ਹੈ ਫਲਾਈਟ ਟਿਕਟਿੰਗ ਲਈ, ਹੋਟਲ ਰੂਮਸ ਲਈ, ਕਾਰ ਰੈਂਟਲ ਕਾਰਸ ਲਈ, ਕਰੂਜ਼ ਵਗੈਰਾ ਲਈ, ਇਹਨਾਂ ਦੀ ਰਿਜ਼ਰਵੇਸ਼ਨ ਕਰਵਾਉਣ ਦੇ ਵਿੱਚ, ਜਾਂ ਇਸ ਤੋਂ ਇਲਾਵਾ ਟ੍ਰੇਨਸ ਜਾਂ ਹੋਰ ਵੀ ਕਾਫੀ ਸਾਰੀਆਂ ਸਰਵਿਸਿਜ਼ ਹੁੰਦੀਆਂ ਨੇ ਜਿਨ੍ਹਾਂ ਵਿੱਚ ਕਿ GDS ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮੇਨ ਫੀਚਰਸ ਆਫ GDS ਦੇ ਮੇਨ ਜਿਹੜੇ ਮੁੱਖ ਫੀਚਰਸ ਹੁੰਦੇ ਨੇ, ਮੁੱਖ ਕਹਿ ਸਕਦੇ ਹਾਂ ਤੱਤ ਹੁੰਦੇ ਨੇ, ਉਹ ਕਿਹੜੇ ਹੁੰਦੇ ਨੇ? ਸਭ ਤੋਂ ਪਹਿਲਾਂ ਹੁੰਦਾ ਹੈ ਵੀ ਉਹ ਟਰੈਵਲ ਪ੍ਰੋਡਕਟਸ ਹੁੰਦੇ ਨੇ, ਉਹਨਾਂ ਦਾ ਪ੍ਰਾਈਸ ਜਾਂ ਉਹਨਾਂ ਦੀ ਆਪਾਂ ਕਹਿ ਲਓ ਵੀ ਮੌਜੂਦਗੀ ਦਾ ਆਪਾਂ ਨੂੰ ਉਸ ਬਾਰੇ ਗਿਆਨ ਹੁੰਦਾ ਹੈ, ਉਸ ਬਾਰੇ ਆਪਾਂ ਨੂੰ ਪਤਾ ਚੱਲਦਾ ਹੈ ਵੀ ਕਿਹੜੇ ਟਰੈਵਲ ਪ੍ਰੋਡਕਟਸ ਨੇ, ਜਾਂ ਉਹਨਾਂ 'ਤੇ ਕੀ ਉਹਨਾਂ ਦੀ ਪ੍ਰਾਈਸ ਆ, ਜਾਂ ਉਹਨਾਂ ਨੂੰ ਆਪਾਂ ਉਹਨੂੰ ਕਿਸ ਤਰ੍ਹਾਂ ਹਾਸਿਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਰਿਜ਼ਰਵ ਯੂਜ਼ਰ ਰਿਕੁਐਸਟਸ, ਜਿਹੜੇ ਉਹਨਾਂ ਦੇ ਰਿਕੁਐਸਟਸ ਹੁੰਦੀਆਂ ਨੇ ਯੂਜ਼ਰਸ ਦੀਆਂ, ਔਰ ਸੇਲ ਐਂਡ ਟਿਕਟਿੰਗ ਦੇ ਵਿੱਚ ਵੀ GDS ਜੋ ਕਿ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਇਫੈਕਟਿਵ ਵੇ ਨਾਲ ਕੰਮ ਕਰਦਾ ਹੈ। ਟਰੈਕ ਸੇਲਸ, ਉਸ ਤੋਂ ਇਲਾਵਾ ਜਿਸ ਤਰ੍ਹਾਂ ਆਪਾਂ ਕੋਈ ਅਗਰ ਫਲਾਈਟ ਦੀ ਚੇਂਜ ਕਰਨਾ ਚਾਹੁੰਦੇ ਹਾਂ, ਜਾਂ ਡੇਟ ਚੇਂਜ ਕਰਨਾ ਚਾਹੁੰਦੇ ਹਾਂ, ਜਾਂ ਕੈਂਸਲੇਸ਼ਨਸ ਕਰਨਾ ਚਾਹੁੰਦੇ ਹਾਂ ਫਲਾਈਟਸ ਦੀਆਂ, ਤਾਂ ਉਸ ਦੇ ਵਿੱਚ ਵੀ GDS ਦਾ ਕਾਫੀ ਜੋ ਕਹਿ ਸਕਦੇ ਹਾਂ ਮਹੱਤਵਪੂਰਨ ਭਾਗ ਹੁੰਦਾ ਹੈ। ਫੈਸਿਲਿਟੀਜ਼ ਕੰਟਰੋਲ ਮੈਨੇਜਮੈਂਟ ਫॉर ਟਰੈਵਲ ਏਜੰਸੀਜ਼ ਲਈ ਜੋ ਫੈਸਿਲਿਟੀਜ਼ ਹੈ ਉਹਨਾਂ ਨੂੰ ਕੰਟਰੋਲ ਕਰਨਾ। ਹਿਸਟਰੀ ਐਂਡ ਐਵੈਲੂਏਸ਼ਨ ਆਫ GDS ਐਂਡ CRS, ਟਰੈਵਲ ਏਜੰਸੀਆਂ ਦੇ ਦੁਆਰਾ ਜਾਂ ਕਹਿ ਲਓ ਏਅਰਲਾਈਨਸ ਦੇ ਦੁਆਰਾ ਜੋ ਟਿਕਟਿੰਗ ਬੁਕਿੰਗ ਕਰਨ ਦੀ ਜੋ ਪ੍ਰਕਿਰਿਆ ਹੈ ਉਹ ਬਹੁਤ ਸਾਲਾਂ ਤੋਂ ਚੱਲਦੀ ਆ ਰਹੀ ਹੈ, ਪਰ ਇਨਫੋਰਮੇਸ਼ਨ ਟੈਕਨੋਲੋਜੀ ਦੀ ਡਿਵੈਲਪਮੈਂਟ ਦੇ ਨਾਲ ਇਸ ਚੀਜ਼ ਦੇ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾਂਦਾ ਹੈ, ਵਿਕਾਸ ਹੁੰਦਾ ਜਾਂਦਾ ਹੈ। ਇਸ ਤਰ੍ਹਾਂ GDS ਵੀ ਜੋ ਕਿ ਕਾਫੀ ਸਾਰੀਆਂ ਸਟੇਜਸ ਤੋਂ ਜੋ ਲੰਘ ਕੇ ਆਇਆ ਹੈ। 1950 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ। 1950 ਵਿੱਚ ਕਹਿ ਸਕਦੇ ਹਾਂ GDS ਨੇ ਆਪਣਾ ਜਾਣੀ ਕਿ ਮੌਜੂਦਗੀ ਦਾ ਅਹਿਸਾਸ ਕਰਵਾਇਆ ਸੀ। ਇਸ ਤੋਂ ਬਾਅਦ ਅਰਾਊਂਡ 1980 ਦੇ ਵਿੱਚ ਕਈ ਸਾਰੇ ਟਰੈਵਲ ਏਜੰਟਸ ਨੇ ਜਾਣੀ ਕਿ ਕਾਫੀ ਸਾਰੇ ਵੇਰੀਅਸ ਲੈਵਲ 'ਤੇ ਜਾਣੀ ਕਿ ਇਸ ਸਿਸਟਮ ਨੂੰ ਅਪਣਾਇਆ। ਉਸ ਤੋਂ ਇਲਾਵਾ ਅਗਰ ਫਲਾਈਟ ਜਾਂ ਹੋਟਲ ਐਂਡ ਕਾਰ ਰੈਂਟਲ ਜੋ ਵੀ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਦੀ ਰਿਜ਼ਰਵੇਸ਼ਨ ਕਰਵਾਉਣੀ ਹੈ, ਤਾਂ ਉਸ ਲਈ CRS ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੁੰਦਾ ਹੈ।
CRS ਜਾਂ ਕਹਿ ਲਓ GDS ਕਾਫੀ ਸਾਰੀਆਂ ਸਟੇਜਸ ਤੋਂ, ਕਾਫੀ ਸਾਰੀਆਂ ਡਿਵੈਲਪਮੈਂਟ ਦੀਆਂ ਸਟੇਜਸ ਤੋਂ ਲੰਘ ਕੇ ਅੱਜ ਜੋ ਅਸੀਂ ਇਸਦਾ ਮੌਜੂਦਾ ਰੂਪ ਦੇਖ ਸਕਦੇ ਹਾਂ, ਉਸ ਦੇ ਪਿੱਛੇ ਬਹੁਤ ਸਾਰੀ ਹਿਸਟਰੀ ਹੈ, ਬਹੁਤ ਸਾਰਾ ਇਤਿਹਾਸ ਹੈ। ਕਿਉਂਕਿ ਜਿਸ ਤਰ੍ਹਾਂ ਦਿਨ ਪ੍ਰਤੀ ਦਿਨ ਸੋਫਟਵੇਅਰਸ ਦੇ ਵਿੱਚ ਕਾਫੀ ਸਾਰੀਆਂ ਆਪਾਂ ਕਹਿ ਸਕਦੇ ਹਾਂ ਵਿਕਾਸ ਹੋ ਰਿਹਾ ਹੈ, ਕਾਫੀ ਸਾਰੀਆਂ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਇਸ ਤਰ੍ਹਾਂ ਗਲੋਬਲ ਡਿਸਟ੍ਰੀਬਿਊਸ਼ਨ ਸਿਸਟਮ ਦਾ ਵੀ ਨਿੱਤ ਨਵਾਂ ਰੂਪ ਦੇਖਣ ਨੂੰ ਮਿਲ ਰਿਹਾ ਹੈ। ਸਮ ਰੀਅਲ ਬੈਨੀਫਿਟਸ ਆਫ ਹੈਵਿੰਗ GDS। ਅਗਰ ਸਾਡੇ ਕੋਲ GDS ਹੈ ਤਾਂ ਸਾਨੂੰ ਕੀ ਕੀ ਬੈਨੀਫਿਟਸ ਹੋ ਸਕਦੇ ਨੇ ਉਸਦੇ। ਮੇਕਸ ਦੀ ਹੋਟਲਰੀ ਸਰਵਿਸਿਜ਼ ਐਂਡ ਪ੍ਰੈਸੈਂਸ। ਇਹ ਇੱਕ ਰਾਊਂਡ ਦੀ ਕਲੌਕ ਬੁਕਿੰਗ ਹੈ, ਜਾਣੀ ਕਿ ਕਿਸੇ ਵੀ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਕਿਸੇ ਵੀ ਟਾਈਮ ਅਸੀਂ ਇਸ ਦੀ ਬੁਕਿੰਗ ਕਰਵਾ ਸਕਦੇ ਹਾਂ। ਅ ਕਾਸਟ ਇਫੈਕਟਿਵ ਸੋਲਿਊਸ਼ਨ। ਇਹਦੇ ਨਾਲ ਜਾਣੀ ਕਿ ਘੱਟ ਕੀਮਤ 'ਤੇ ਸਾਨੂੰ ਘੱਟ ਸਮੇਂ ਵਿੱਚ ਜਾਂ ਘੱਟ ਕੀਮਤ 'ਤੇ ਇੱਕ ਇਫੈਕਟਿਵ ਜੋ ਕਹਿ ਸਕਦੇ ਹਾਂ ਅਸੀਂ ਸੋਲਿਊਸ਼ਨ ਹੈ ਇਹ ਕਿਸੇ ਵੀ ਬੁਕਿੰਗ ਕਰਵਾਉਣ ਦਾ ਜਾਂ ਹੋਟਲ ਰਿਜ਼ਰਵੇਸ਼ਨ ਦਾ। ਜਿਸ ਤਰ੍ਹਾਂ ਅਸੀਂ ਫੋਰ ਐਗਜ਼ਾਮਪਲ ਕਹਿ ਲਓ ਵੀ ਦਿੱਲੀ ਤੋਂ ਕਿਸੇ ਇੱਕ ਟਿਕਟ ਬਣਵਾਈ ਹੈ ਅਸੀਂ ਕਿਸੇ ਵੀ ਪਲੇਨ ਲਈ, ਕਿਸੇ ਫਲਾਈਟ ਲਈ, ਔਰ ਬਾਅਦ ਦੇ ਵਿੱਚ ਅਸੀਂ ਉਸਨੂੰ ਕੈਂਸਲ ਕਰਨਾ ਚਾਹੁੰਦੇ ਹਾਂ ਜਾਂ ਉਸਦੀ ਜੋ ਡੇਟ ਹੈ ਉਸਨੂੰ ਚੇਂਜ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਬੈਠ ਕੇ, ਚਲੋ ਮੰਨ ਲਓ ਅਸੀਂ ਲੰਡਨ ਦੇ ਵਿੱਚ ਬੈਠ ਕੇ ਵੀ ਉਸ ਟਿਕਟ ਨੂੰ ਕੈਂਸਲ ਕਰਵਾ ਸਕਦੇ ਹਾਂ। ਇਸ ਦੀ ਇੱਕ ਇਹੀ ਮਤਲਬ ਬਹੁਤ ਮਹੱਤਵਪੂਰਨ ਧਾਰਨਾ ਹੈ GDS ਦੀ, ਵੀ ਅਸੀਂ ਕਿਸੇ ਵੀ ਦੇਸ਼ ਤੋਂ ਇਸ ਨੂੰ ਆਪਰੇਟ ਕਰ ਸਕਦੇ ਹਾਂ। CRS ਐਂਡ ਇਟ ਇਜ਼ ਪਾਰਟੀਸਪੇਸ਼ਨ ਇਨ ਟੂਰਿਜ਼ਮ। ਟੂਰਿਜ਼ਮ ਦੇ ਵਿੱਚ CRS ਦੀ ਕੀ ਪਾਰਟੀਸਪੇਸ਼ਨ ਹੈ। 1970 ਤੋਂ ਹੀ CRS ਨੇ ਦਾ ਜੋ ਕਿ ਕੰਪਿਊਟਰਾਈਜ਼ਡ ਨੈਟਵਰਕ ਆ ਉਹ ਬਣਨਾ ਸ਼ੁਰੂ ਹੋ ਗਿਆ ਸੀ। ਦੇ ਬਿਕਮ ਸੈਂਟਰਲ ਟੂ ਦੀ ਡਿਸਟਰੀਬਿਊਸ਼ਨ ਮਿਕਸ ਐਂਡ ਸਟ੍ਰੈਟਜੀ ਆਫ ਏਅਰਲਾਈਨਸ। ਏਅਰਲਾਈਨਸ ਲਈ ਜੋ ਕਿ ਇੱਕ ਸਟ੍ਰੈਟਜੀ ਬਣ ਚੁੱਕਿਆ ਸੀ CRS। ਇੱਕ CRS ਜੋ ਹੁੰਦਾ ਹੈ ਇੱਕ ਡਾਟਾਬੇਸ ਹੁੰਦਾ ਹੈ ਜੋ ਕਿ ਮੈਨੇਜ ਕਰਦਾ ਹੈ ਟੂਰਿਜ਼ਮ ਇੰਡਸਟਰੀ ਨੂੰ। ਇਟ ਡਿਸਟਰੀਬਿਊਟਸ ਇਟ ਇਜ਼ ਇਲੈਕਟ੍ਰੋਨਿਕਲੀ ਟੂ ਰਿਮੋਟ ਸੇਲਸ ਆਫਿਸਿਸ ਐਂਡ ਐਕਸਟਰਨਲ ਪਾਰਟਨਰਸ। ਔਰ ਜੋ CRS ਹੁੰਦਾ ਹੈ ਉਹ ਐਨੇਬਲ ਹੁੰਦਾ ਹੈ, ਇੱਕ ਕੈਪੇਬਲ ਹੁੰਦਾ ਹੈ ਕੰਟਰੋਲ ਕਰਨ ਲਈ, ਪ੍ਰਮੋਟ ਕਰਨ ਲਈ ਅਤੇ ਸੈੱਲ ਕਰਨ ਲਈ ਟੂਰਿਜ਼ਮ ਪ੍ਰੋਡਕਟਸ ਨੂੰ ਵਰਲਡ ਵਾਈਡ ਦੇ ਵਿੱਚ ਕਹਿ ਸਕਦੇ ਹਾਂ ਵਿਸ਼ਵ ਦੇ ਵਿੱਚ ਕਿਤੇ ਵੀ ਟੂਰਿਜ਼ਮ ਪ੍ਰੋਡਕਟ ਹੁੰਦੇ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਜਾਂ ਕੰਟਰੋਲ ਕਰਨਾ CRS ਲਈ ਕਾਫੀ ਆਸਾਨ ਹੁੰਦਾ ਹੈ। CRS ਜੋ ਕਹਿ ਸਕਦੇ ਹਾਂ ਅਕਸਰ ਚਾਰਜ ਕਰਦਾ ਹੈ ਕੰਪੀਟੀਟਿਵ ਕਮਿਸ਼ਨਸ ਨੂੰ। ਕਮਿਸ਼ਨਸ ਰੇਟਸ ਜੋ ਹੁੰਦੀਆਂ ਨੇ, ਕਮਿਸ਼ਨ ਹੁੰਦਾ ਹੈ ਜੋ ਕਿਸੇ ਵੀ ਕੰਪਨੀ ਦਾ, ਕਿਸੇ ਵੀ ਟਰੈਵਲ ਏਜੰਟ ਦਾ। ਉਂਝ ਜੋ CRS ਇੱਕ ਟਰੈਵਲ ਏਜੰਟ ਲਈ ਜਾਂ ਉਹ GDS ਆਪਾਂ ਕਹਿ ਸਕਦੇ ਹਾਂ ਇੱਕ ਲੈ ਸਕਦਾ ਹੈ ਇੱਕ ਟਰੈਵਲ ਏਜੰਟ, ਕਿਉਂਕਿ ਉਸਨੂੰ ਮਾਨਤਾ ਪ੍ਰਾਪਤ ਹੁੰਦੀ ਹੈ ਉਸਦੀ ਏਜੰਸੀ ਨੂੰ ਵੀ ਉਹ ਕਿਸੇ ਵੀ ਸੋਫਟਵੇਅਰ ਤੋਂ, ਕਿਸੇ ਵੀ ਸੋਫਟਵੇਅਰ ਕੰਪਨੀ ਤੋਂ ਜੋ GDS ਨੂੰ ਖਰੀਦ ਸਕਦਾ ਹੈ, ਉਸਦੀ ਮਾਲਕੀਅਤ ਹਾਸਲ ਕਰ ਸਕਦਾ ਹੈ। ਪਰ ਇਸ ਦੇ ਨਾਲ ਨਾਲ ਜੋ ਏਅਰਲਾਈਨਸ ਹੁੰਦੀਆਂ ਨੇ, ਕਾਫੀ ਏਅਰਲਾਈਨਸ ਇੱਦਾਂ ਦੀਆਂ ਹੁੰਦੀਆਂ ਨੇ ਜੋ ਕਿ ਜਿਨ੍ਹਾਂ ਕੋਲ ਖੁਦ ਆਪਣਾ GDS ਹੁੰਦਾ ਹੈ, ਆਪਣਾ ਗਲੋਬਲ ਡਿਸਟਰੀਬਿਊਸ਼ਨ ਸਿਸਟਮ ਹੁੰਦਾ ਹੈ ਆਪਣੀ ਟਿਕਟਿੰਗ ਨੂੰ ਪਰਚੇਸ ਕਰਨ ਲਈ, ਸੇਲ ਕਰਨ ਲਈ। ਹੋਟਲ ਡਿਸਟਰੀਬਿਊਸ਼ਨ ਸਿਸਟਮ। ਹੋਟਲ ਡਿਸਟਰੀਬਿਊਸ਼ਨ ਸਿਸਟਮ ਦੇ ਵਿੱਚ ਕੀ ਹੁੰਦਾ ਹੈ, ਹੋਟਲ ਰੂਮਸ ਨੂੰ ਕਹਿ ਸਕਦੇ ਹਾਂ ਆਪਾਂ, ਜਿੱਦਾਂ ਉਹਦੀ ਰਿਜ਼ਰਵੇਸ਼ਨ ਕਰਵਾਉਣੀ ਹੋਵੇ ਹੋਟਲ ਰੂਮਸ ਦੀ ਤਾਂ ਉਸ ਲਈ ਹੋਟਲ ਡਿਸਟਰੀਬਿਊਸ਼ਨ ਸਿਸਟਮ ਦੀ ਲੋੜ ਪੈਂਦੀ ਹੈ, ਜਿਸ ਨੂੰ ਕਿ HDS ਵੀ ਕਿਹਾ ਜਾਂਦਾ ਹੈ। ਇਹ ਪ੍ਰੋਵਾਈਡ ਕਰਾਉਂਦਾ ਹੈ, ਸਿੱਧੀ ਪਹੁੰਚ ਪ੍ਰੋਵਾਈਡ ਕਰਾਉਂਦਾ ਹੈ ਕਸਟਮਰ ਨੂੰ, ਯਾਨੀ ਕਿ ਕਸਟਮਰ ਸਿੱਧੇ ਤੌਰ 'ਤੇ ਹੀ ਘੱਟ ਤੋਂ ਘੱਟ ਰੇਟ ਦੇ ਵਿੱਚ ਕੋਈ ਹੋਟਲ ਦਾ ਰੂਮ ਲੈ ਸਕਦਾ ਆ ਆਪਣੇ ਬਿਹਾਫ 'ਤੇ। ਜਿੰਨੀ ਵੀ ਟੂਰਿਜ਼ਮ ਐਂਡ ਟਰੈਵਲ ਰਿਲੇਟਡ ਇਨਫੋਰਮੇਸ਼ਨ ਹੁੰਦੀ ਹੈ ਉਹ ਇਹਨਾਂ ਸੋਫਟਵੇਅਰਾਂ ਰਾਹੀਂ ਹਰ ਇੱਕ ਕਲਾਇੰਟ ਖੁਦ ਆਪਣੇ ਲੈਪਟੋਪ ਤੋਂ ਜਾਂ ਆਪਣੇ ਮੋਬਾਇਲ ਤੋਂ ਯਾਨੀ ਕਿ ਇਹ ਇਨਫੋਰਮੇਸ਼ਨ ਹਾਸਿਲ ਕਰ ਸਕਦਾ ਹੈ। ਇੱਕ ਕਸਟਮਰ ਇੱਕ ਟਰੈਵਲ ਏਜੰਸੀ ਵਿੱਚ ਵਿਜ਼ਿਟ ਕਰਦਾ ਹੈ, ਟੂਰਿਜ਼ਮ ਦੇ ਰਿਲੇਟਡ ਜਿੰਨੀ ਵੀ ਇਨਫੋਰਮੇਸ਼ਨ ਹੈ ਉਸਨੂੰ ਹਾਸਿਲ ਕਰਨ ਲਈ ਜਾਂ ਆਪਣੀ
ਟਿਕਟ ਬੁਕਿੰਗ ਲਈ, ਆਪਣੇ ਹੋਟਲ ਰਿਜ਼ਰਵੇਸ਼ਨ ਲਈ। ਤਾਂ ਅਗਰ ਉਹ ਇਹਨਾਂ ਸੋਫਟਵੇਅਰਾਂ ਦੀ ਨੌਲੇਜ, ਇਹਨਾਂ ਸੋਫਟਵੇਅਰਾਂ ਦੀ ਜਾਣਕਾਰੀ ਰੱਖਦਾ ਹੈ ਤਾਂ ਉਹ ਖੁਦ ਆਪਣੇ ਬਿਹਾਫ 'ਤੇ ਵੀ ਕਿਸੇ ਹੋਟਲ ਦੀ ਰਿਜ਼ਰਵੇਸ਼ਨ ਕਰਵਾ ਸਕਦਾ ਹੈ, ਜਾਂ ਕਿਸੇ ਕਿਸੇ ਫਲਾਈਟ ਤੋਂ ਜੋ ਟਿਕਟ ਬੁੱਕ ਕਰਵਾ ਸਕਦਾ ਹੈ। ਕੁਝ ਜੋ ਮਹੱਤਵਪੂਰਨ ਸੋਫਟਵੇਅਰ ਕੰਪਨੀਜ਼ ਨੇ ਜਿਨ੍ਹਾਂ ਤੋਂ ਜੋ ਕਿ GDS ਪ੍ਰੋਵਾਈਡ ਕਰਵਾਉਂਦੀਆਂ ਨੇ ਟਰੈਵਲ ਏਜੰਸੀਆਂ ਨੂੰ, ਜਾਂ ਕਹਿ ਲਓ ਏਅਰਲਾਈਨਸ ਨੂੰ, ਉਹਨਾਂ ਵਿੱਚੋਂ ਸਭ ਤੋਂ ਜੋ ਪਹਿਲੇ ਨੰਬਰ 'ਤੇ ਆਉਂਦੀ ਹੈ ਉਹ ਹੈ ਅਮੇਡੀਅਸ, ਜੋ ਕਿ 1987 ਦੇ ਵਿੱਚ ਪਹਿਲੀ ਵਾਰ ਹੋਂਦ ਵਿੱਚ ਆਈ ਸੀ ਬਾਈ ਏਅਰ ਫਰਾਂਸ। ਏਅਰ ਫਰਾਂਸ ਜੋ ਕਿ ਏਅਰਲਾਈਨ ਸੀ, ਉਹਨਾਂ ਨੇ ਇਸ ਚੀਜ਼ ਨੂੰ ਫਾਊਂਡ ਕੀਤਾ, ਇਸ ਚੀਜ਼ ਦੀ ਸ਼ੁਰੂਆਤ ਕੀਤੀ। ਇਹ 4 GDS ਕੰਪਨੀਆਂ ਵਿੱਚੋਂ ਸਭ ਤੋਂ ਜੋ ਕਿ ਬਾਅਦ ਵਿੱਚ ਹੋਂਦ ਵਿੱਚ ਆਈ ਸੀ। ਅਮੇਡੀਅਸ ਇੱਕ ਕੰਪਿਊਟਰ ਰਿਜ਼ਰਵੇਸ਼ਨ ਸਿਸਟਮ ਹੈ। ਕਾਹਦੇ ਲਈ? ਗਲੋਬਲ ਡਿਸਟਰੀਬਿਊਸ਼ਨ ਸਿਸਟਮ ਲਈ, ਗਲੋਬਲ ਡਿਸਟਰੀਬਿਊਸ਼ਨ ਸਿਸਟਮ, ਜਾਂ ਕਹਿ ਲਓ ਕੰਪਿਊਟਰ ਰਿਜ਼ਰਵੇਸ਼ਨ ਸਿਸਟਮ ਹੈ ਅਮੇਡੀਅਸ ਇੱਕ, ਜੋ ਕਿ ਇਹ ਫਲਾਈਟਸ ਦੀਆਂ ਟਿਕਟਿੰਗ ਬੁਕਿੰਗ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦਾ ਜੋ ਮੇਨ ਆਫਿਸ ਹੈ ਉਹ ਸਪੇਨ ਵਿੱਚ ਹੈ। The company acts both as a worldwide network. ਅਮੇਡੀਅਸ ਦਾ ਜੋ ਨੈਟਵਰਕ ਹੈ ਉਹ ਪੂਰੇ ਸੰਸਾਰ ਵਿੱਚ ਫੈਲਿਆ ਹੋਇਆ ਹੈ। ਕਨੈਕਟਿੰਗ ਟਰੈਵਲ ਪ੍ਰੋਵਾਈਡਰਸ, ਟਰੈਵਲ ਏਜੰਸੀਜ਼, ਬਹੁਤ ਸਾਰੀਆਂ ਜੋ ਟਰੈਵਲ ਏਜੰਸੀਜ਼ ਹੁੰਦੀਆਂ ਨੇ, ਜਾਂ ਕਹਿ ਲਓ ਬਹੁਤ ਸਾਰੀਆਂ ਜੋ ਫਲਾਈਟਸ ਹੁੰਦੀਆਂ ਨੇ, ਏਅਰਲਾਈਨਸ ਹੁੰਦੀਆਂ ਨੇ, ਉਹਨਾਂ ਨੂੰ ਇਹ ਜੋ ਕਿ GDS ਪ੍ਰੋਵਾਈਡ ਕਰਵਾਉਂਦੀ ਹੈ ਇਹ ਕੰਪਨੀ। ਇਸ ਤੋਂ ਇਲਾਵਾ ਦ ਅਮੇਡੀਅਸ ਗਰੁੱਪ ਹੈਜ਼ 3 ਪ੍ਰਾਇਮਰੀ ਕੋਆਪਰੇਟ ਹੈਡਕੁਆਟਰਸ। ਇਸ ਦੇ 3 ਪ੍ਰਾਇਮਰੀ ਮੁੱਢਲੇ ਜੋ ਕਾਰਪੋਰੇਟ ਹੈਡਕੁਆਟਰਸ ਨੇ। ਦੇਅਰ ਡਾਟਾ ਪ੍ਰੋਸੈਸਿੰਗ ਡਿਵੀਜ਼ਨ, ਉਹਨਾਂ ਦਾ ਜੋ ਡਾਟਾ ਹੈ ਉਹ ਉਹਨਾਂ ਦੀ ਪ੍ਰੋਸੈਸਿੰਗ ਹੁੰਦੀ ਹੈ ਉੱਥੇ, ਰਿਸਰਚ ਹੁੰਦੀ ਹੈ, ਡਿਵੈਲਪਮੈਂਟ ਹੁੰਦੀ ਹੈ ਡਿਵੀਜ਼ਨ ਦੀ, ਅਤੇ ਕਾਫੀ ਸਾਰੀਆਂ ਸਟੇਜਸ 'ਤੇ ਜੋ ਕਿ ਇਹ ਕੰਪਨੀਆਂ ਕੰਮ ਕਰਦੀਆਂ ਨੇ। ਇਹਨਾਂ ਦਾ ਜੋ ਮੇਨ ਆਫਿਸ ਹੈ ਉਹ ਯੂਰਪ ਦੇ ਵਿੱਚ ਹੈ। ਯੂਰਪ ਦੇ ਕਾਫੀ ਹਿੱਸਿਆਂ ਦੇ ਵਿੱਚ ਇਹਨਾਂ ਦਾ ਜੋ ਕਿ ਆਪਣਾ ਬਿਜ਼ਨਸ ਹੈ ਉਹ ਫੈਲਿਆ ਹੋਇਆ ਹੈ। ਪ੍ਰੋਡਕਟਸ ਐਂਡ ਸਰਵਿਸਿਜ਼ ਆਫਰਡ ਬਾਈ ਅਮੇਡੀਅਸ। ਅਮੇਡੀਅਸ ਨੇ ਕਿਹੜੇ ਪ੍ਰੋਡਕਟਸ ਨੇ ਜਾਂ ਕਿਹੜੀਆਂ ਸਰਵਿਸਿਜ਼ ਨੇ ਜੋ ਇਹ ਮਤਲਬ ਦਿੰਦਾ ਹੈ, ਪ੍ਰਦਾਨ ਕਰਦਾ ਹੈ, ਉਹ ਵਸਤੂਆਂ ਅਤੇ ਉਹ ਸੇਵਾਵਾਂ ਜੋ ਕਿ ਇਹ ਸੈਲਾਨੀਆਂ ਨੂੰ ਜਾਂ ਟਰੈਵਲ ਏਜੰਸੀਆਂ ਨੂੰ ਪ੍ਰਦਾਨ ਕਰਦਾ ਹੈ, ਪ੍ਰੋਵਾਈਡ ਕਰਵਾਉਂਦਾ ਹੈ। ਏਅਰਲਾਈਨਸ ਅਗਰ ਤੁਸੀਂ ਕਿਸੇ ਵੀ ਏਅਰਲਾਈਨਸ ਦੀ ਟਿਕਟਿੰਗ ਕਰਨਾ ਚਾਹੁੰਦੇ ਹੋ, ਕਿਸੇ ਫਲਾਈਟ ਦੀ ਟਿਕਟਿੰਗ ਕਰਨਾ ਚਾਹੁੰਦੇ ਹੋ, ਤਾਂ ਅਮੇਡੀਅਸ ਇੱਕ ਬਹੁਤ ਬਿਹਤਰੀਨ ਤਰੀਕਾ ਹੈ, ਬਹੁਤ ਬਿਹਤਰੀਨ ਸੋਫਟਵੇਅਰ ਹੈ। ਕਿਸੇ ਵੀ ਕੋਈ ਨੈਸ਼ਨਲ, ਇੰਟਰਨੈਸ਼ਨਲ ਏਅਰਲਾਈਨ ਹੋਵੇ, ਤੁਸੀਂ ਲੋ ਕੋਸਟ ਮਤਲਬ ਘੱਟ ਤੋਂ ਘੱਟ ਰੇਟ ਦੇ ਵਿੱਚ ਕੋਈ ਵੀ ਏਅਰਲਾਈਨ ਚਾਹੁੰਦੇ ਹੋ ਤਾਂ ਅਮੇਡੀਅਸ 'ਤੇ ਜਾ ਕੇ ਇਸ ਦਾ ਚੈੱਕ ਕਰ ਸਕਦੇ ਹੋ, ਇਸ ਦਾ ਰੇਟ ਤੁਸੀਂ। ਉਸ ਤੋਂ ਇਲਾਵਾ ਹੋਟਲਸ ਦੀਆਂ ਕਾਫੀ ਚੇਨਸ ਹੁੰਦੀਆਂ ਨੇ, ਕਾਫੀ ਰਿਪਰਜੈਂਟੇਸ਼ਨਸ ਹੁੰਦੀਆਂ ਨੇ, ਕੰਪਨੀਜ਼ ਹੁੰਦੀਆਂ ਨੇ। ਇਸ ਤਰ੍ਹਾਂ ਦੇ ਕਿਸੇ ਵੀ ਹੋਟਲ ਦੀ ਚੇਨ ਦੇ ਵਿੱਚ ਜੋ ਕਿ ਇਸਦੇ ਰੂਮਸ ਦਾ ਸੇਮ ਰੇਟ ਹੁੰਦਾ ਹੈ, ਉਸ ਰੇਟ ਲਈ ਤੁਸੀਂ ਅਮੇਡੀਅਸ 'ਤੇ ਜਾ ਕੇ ਚੈੱਕ ਕਰ ਸਕਦੇ ਹੋ ਵੀ ਕਿਸ ਹੋਟਲ ਦੇ ਵਿੱਚ ਕਿਸ ਰੇਟ 'ਤੇ ਜੋ ਰੂਮਸ ਹੁੰਦੇ ਆ ਉਹ ਮਿਲ ਰਹੇ ਹੁੰਦੇ ਆ। ਉਸ ਤੋਂ ਇਲਾਵਾ ਕੁਛ ਗਰਾਊਂਡ ਸਰਵਿਸਿਜ਼ ਹੁੰਦੀਆਂ ਨੇ, ਜਿੱਦਾਂ ਕਾਰ ਰੈਂਟਲ, ਰੇਲਵੇ, ਫੈਰੀ, ਕਰੂਜ਼ ਐਂਡ ਇੰਸ਼ੋਰੈਂਸ ਕੰਪਨੀਜ਼। ਅਗਰ ਕੋਈ ਕਾਰ ਰੈਂਟ 'ਤੇ ਕਾਰ ਲੈ ਕੇ ਕਿਤੇ ਟਰੈਵਲ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਵੀ ਅਮੇਡੀਅਸ 'ਤੇ ਆਪਾਂ ਜਾ ਕੇ ਚੈੱਕ ਕਰ ਸਕਦੇ ਹਾਂ ਵੀ ਕਿੰਨੇ ਰੈਂਟ 'ਤੇ ਆਪਾਂ ਨੂੰ ਕਿਸ ਟਾਈਪ ਦੀ ਕਾਰ ਜੋ ਮਿਲ ਸਕਦੀ ਹੈ। ਉਸ ਤੋਂ ਇਲਾਵਾ ਰੇਲਵੇ ਜਾਂ ਫਰੀ ਵਗੈਰਾ, ਕਰੂਜ਼ ਵਗੈਰਾ ਦਾ ਜੋ ਕਿਰਾਇਆ ਹੈ ਉਹ ਵੀ ਅਮੇਡੀਅਸ 'ਤੇ ਚੈੱਕ ਕਰ ਸਕਦੇ ਹਾਂ। ਟੂਰ ਆਪਰੇਟਰਸ ਜੋ ਅਮੇਡੀਅਸ ਨੂੰ ਕਾਫੀ ਹੱਦ ਤੱਕ ਆਪਣੇ ਬਿਜ਼ਨਸ ਕਰਨ ਲਈ, ਕਾਫੀ ਹੱਦ ਤੱਕ ਆਪਣਾ ਕੰਮ ਕਰਨ ਲਈ ਯੂਜ਼ ਕਰਦੇ ਨੇ। ਟਰੈਵਲ ਏਜੰਸੀਜ਼, ਟਰੈਵਲ ਮੈਨੇਜਮੈਂਟ ਕੰਪਨੀਜ਼ ਹੁੰਦੀਆਂ ਨੇ, ਉਹ ਆਪਣਾ ਬਿਜ਼ਨਸ ਅਤੇ ਆਪਣਾ ਲੇਜ਼ੀਅਰ ਟਰੈਵਲ ਏਜੰਸੀਜ਼ ਹੁੰਦੀਆਂ ਨੇ, ਉਹ ਹਰ ਸਾਈਜ਼ ਦੀਆਂ ਜਾਂ ਹਰ ਲੈਵਲ ਦੀਆਂ ਟਰੈਵਲ ਏਜੰਸੀਜ਼ ਜੋ ਹੁੰਦੀਆਂ ਨੇ ਉਹ ਅਮੇਡੀਅਸ ਦਾ ਬਖੂਬੀ ਯੂਜ਼ ਕਰਦੀਆਂ ਨੇ ਆਪਣੇ ਕਲਾਇੰਟਸ ਨੂੰ ਇਨਫੋਰਮੇਸ਼ਨ ਦੇਣ ਲਈ, ਜਾਂ ਆਪਣੇ ਕਹਿ ਲਓ ਬਿਜ਼ਨਸ ਨੂੰ ਡਿਵੈਲਪ ਕਰਨ ਲਈ।
ਇਸ ਤੋਂ ਇਲਾਵਾ ਖੁਦ ਵੀ ਆਪਣਾ ਟ੍ਰਿਪ ਪਲਾਨਿੰਗ ਕਰ ਸਕਦੇ ਨੇ, ਹੈ ਨਾ। ਤਾਂ ਉਹ ਆਪਣਾ ਅਮੇਡੀਅਸ ਦੇ ਥਰੂ ਚੈੱਕ ਕਰ ਸਕਦੇ ਨੇ, ਅਗਰ ਉਹ ਖੁਦ ਬਿਨਾਂ ਕਿਸੇ ਟਰੈਵਲ ਏਜੰਟ ਤੋਂ ਜਾਂ ਬਿਨਾਂ ਕਿਸੇ ਟਰੈਵਲ ਏਜੰਸੀ ਤੋਂ, ਬਿਨਾਂ ਕਿਸੇ ਟੂਰ ਪੈਕੇਜ ਲਏ ਤੋਂ ਖੁਦ ਆਪਣੇ ਬਿਹਾਫ 'ਤੇ ਉਹ ਕਿਤੇ ਸਫ਼ਰ ਕਰਨਾ ਚਾਹੁੰਦੇ ਨੇ, ਤਾਂ ਉਹ ਅਮੇਡੀਅਸ 'ਤੇ ਜਾ ਕੇ ਕੋਈ ਵੀ ਫਲਾਈਟ ਚੈੱਕ ਕਰ ਸਕਦੇ ਨੇ, ਕਿਸੇ ਵੀ ਫਲਾਈਟ ਦੇ ਵਿੱਚ। Amadeus has the greatest number of travel agency location with the highest productivity per terminal in the world। ਪੂਰੇ ਵਰਲਡ ਦੇ ਵਿੱਚ ਅਮੇਡੀਅਸ ਦੁਆਰਾ ਬੁਕਿੰਗ ਬਹੁਤ ਜ਼ੋਰਾਂ ਸ਼ੋਰਾਂ ਨਾਲ ਹੁੰਦੀ ਹੈ। ਜੋ ਕਹਿ ਲਓ, ਅਮੇਡੀਅਸ ਇੱਕ ਅਜਿਹਾ ਸੋਫਟਵੇਅਰ ਹੈ ਜਿਸ ਨੂੰ ਸਾਰੇ ਟਰੈਵਲ ਏਜੰਟਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ, ਟਰੈਵਲ ਏਜੰਸੀਆਂ ਦੁਆਰਾ ਇਸ ਨੂੰ ਪ੍ਰੈਫਰ ਕੀਤਾ ਜਾਂਦਾ ਹੈ। ਜਦੋਂ ਵੀ ਕਦੇ ਕੋਈ ਫਲਾਈਟ ਬੁਕਿੰਗ ਕਰਨੀ ਹੋਵੇ ਜਾਂ ਕੋਈ ਹੋਟਲ ਰਿਜ਼ਰਵੇਸ਼ਨ ਕਰਨੀ ਹੋਵੇ, ਕੋਈ ਫਰੀ ਕਰੂਜ਼ ਜਾਂ ਕਹਿ ਲਓ ਕਾਰ ਰੈਂਟਲ ਲਈ, ਤਾਂ ਅਮੇਡੀਅਸ ਇੱਕ ਬਹੁਤ ਹੀ ਯੂਜ਼ ਹੋਣ ਵਾਲਾ ਸੋਫਟਵੇਅਰ ਹੈ ਪੂਰੇ ਸੰਸਾਰ ਦੇ ਵਿੱਚ। ਵਰਲਡ ਵਾਈਡ ਇਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਘੱਟ ਤੋਂ ਘੱਟ ਅਗਰ ਕੋਈ ਫਲਾਈਟ ਰੇਟ ਅਸੀਂ ਮਤਲਬ ਦੇਖਣਾ ਚਾਹੁੰਦੇ ਹਾਂ, ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ ਕਿਸੇ ਵੀ ਰੇਟ 'ਤੇ ਫਲਾਈਟ ਅਸੀਂ ਬੁੱਕ ਕਰ ਸਕਦੇ ਹਾਂ ਅਮੇਡੀਅਸ 'ਤੇ ਜਾ ਕੇ। ਹਾਂਜੀ, ਗਲੀਲੀਓ। ਅਮੇਡੀਅਸ ਤੋਂ ਬਾਅਦ ਜੋ ਦੂਸਰੇ ਨੰਬਰ 'ਤੇ ਆਪਾਂ ਕਹਿ ਸਕਦੇ ਹਾਂ ਕੋਈ ਸੋਫਟਵੇਅਰ ਹੈ, ਤਾਂ ਉਹ ਹੈ ਗਲੀਲੀਓ, ਜੋ ਕਿ 1993 ਦੇ ਵਿੱਚ ਸ਼ੁਰੂ ਹੋਇਆ, ਜਦੋਂ ਬ੍ਰਿਟਿਸ਼ ਏਅਰਵੇਜ਼ ਨੇ ਬ੍ਰਿਟਿਸ਼ ਏਅਰਵੇਜ਼ ਔਰ KLM, ਜੋ ਕਿ ਡੱਚ ਦੀ ਇੱਕ ਏਅਰਲਾਈਨ ਕੰਪਨੀ ਸੀ, ਉਹਨਾਂ ਨੇ ਇੱਕ ਜੁਆਇੰਟ ਕਰਕੇ ਕੰਪਨੀ ਦਾ ਯਾਨੀ ਕਿ ਇੱਕ ਕੰਪਿਊਟਰ ਰਿਜ਼ਰਵੇਸ਼ਨ ਸਿਸਟਮ ਨੂੰ ਸ਼ੁਰੂ ਕੀਤਾ। ਇਟ ਇਜ਼ ਦਾ ਮੇਜਰ ਪਲੇਅਰ ਇਨ ਦੀ GDS ਗਲੋਬਲ ਡਿਸਟਰੀਬਿਊਸ਼ਨ ਸਿਸਟਮ ਦੇ ਵਿੱਚ। ਇਹ ਬਹੁਤ ਮੁੱਖ ਯਾਨੀ ਕਿ ਬਹੁਤ ਮੇਨ ਪਲੇਅਰ ਹੈ ਥਰੂ ਆਊਟ ਦੀ ਵਰਲਡ, ਪੂਰੇ ਸੰਸਾਰ ਦੇ ਵਿੱਚ, ਚਾਹੇ ਉਹ ਨਾਰਥ ਅਮੈਰੀਕਾ ਹੋਵੇ, ਚਾਹੇ ਯੂਰਪ ਹੋਵੇ, ਦਾ ਮਿਡਲ ਈਸਟ ਹੋਵੇ, ਔਰ ਏਸ਼ੀਆ ਜਾਂ ਪੈਸੀਫਿਕ ਰੀਜਨ, ਕਿਤੇ ਵੀ ਮਤਲਬ ਪੂਰੇ ਵਰਲਡ ਦੇ ਵਿੱਚ ਕਿਤੇ ਵੀ ਗਲੀਲੀਓ ਇੱਕ ਬਹੁਤ ਹੀ ਮੇਜਰ ਪਲੇਅਰ ਹੈ GDS ਦੇ ਵਿੱਚ। ਇਹ ਓਨ ਕੀਤਾ ਗਿਆ ਹੈ ਇੱਕ ਟਰੈਵਲ ਪੋਰਟ ਐਂਡ ਇੰਟਰਨੈਸ਼ਨਲ ਕੰਪਨੀ ਦੁਆਰਾ, ਜਿਨ੍ਹਾਂ ਦਾ ਕਿ ਹੈੱਡਕੁਆਟਰ ਨਿਊਯਾਰਕ ਦੇ ਵਿੱਚ ਹੈ। ਇਹ ਸਪੈਸ਼ਲਾਈਜ਼ ਹੈ ਟਰੈਵਲ ਵੇਸਟ ਸਰਵਿਸਿਜ਼ ਦੇਣ ਦੇ ਵਿੱਚ, ਐਂਡ ਹੈਜ਼ ਅ ਗਰੋਸ ਐਨੂਅਲ ਇਨਕਮ ਆਫ ਮੋਰ ਦੈਨ $2 ਬਿਲੀਅਨ। $2 ਬਿਲੀਅਨ ਤੋਂ ਵੀ ਜ਼ਿਆਦਾ ਇਸ ਦੀ ਇੱਕ ਇਨਕਮ ਹੁੰਦੀ ਹੈ, ਜੋ ਐਨੂਅਲ, ਜੋ ਕਿ ਸਾਲਾਨਾ ਆਮਦਨ ਹੁੰਦੀ ਹੈ। ਪ੍ਰੋਡਕਟਸ ਐਂਡ ਸਰਵਿਸਿਜ਼ ਆਫਰਡ ਬਾਈ ਗਲੀਲੀਓ। ਗਲੀਲੀਓ ਦੁਆਰਾ ਕਿਹੜੇ ਜੋ ਪ੍ਰੋਡਕਟਸ ਨੇ ਜਾਂ ਕਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਜਿਸ ਤਰ੍ਹਾਂ ਦੂਸਰੇ ਸੋਫਟਵੇਅਰ ਹੁੰਦੇ ਨੇ, ਉਸ ਤਰ੍ਹਾਂ ਗਲੀਲੀਓ ਦੇ ਵਿੱਚ ਜਾ ਕੇ ਵੀ ਅਸੀਂ ਸੇਮ ਉਹੀ ਜੋ ਕਿ ਅਮੇਡੀਅਸ ਦੇ ਵਿੱਚ ਕਰ ਸਕਦੇ ਹਾਂ, ਏਅਰਲਾਈਨ ਦੀਆਂ ਟਿਕਟਾਂ ਬੁਕਿੰਗ ਕਰ ਸਕਦੇ ਹਾਂ, ਜਾਂ ਫਲਾਈਟ ਹੋਟਲ ਰਿਜ਼ਰਵੇਸ਼ਨ ਕਰ ਸਕਦੇ ਹਾਂ। ਕਿਤੇ ਵੀ ਅਸੀਂ ਕੈਂਸਲੇਸ਼ਨ ਕਰਨੀ ਚਾਹੁੰਦੇ ਹਾਂ ਕਿਸੇ ਵੀ ਟਿਕਟ ਦੀ, ਤਾਂ ਕਰ ਸਕਦੇ ਹਾਂ। ਇਸ ਤਰ੍ਹਾਂ ਗਲੀਲੀਓ ਡਿਸਕਟਾਪ 2.0 ਇਸ ਦਾ ਇੱਕ ਜੋ ਕਿ ਸਰਵਿਸ ਹੈ। ਇਸ ਤੋਂ ਇਲਾਵਾ ਗਲੀਲੀਓ ਟਰੈਕਰ ਜਾਂ ਟਰੈਵਲ ਪੋਰਟ, ਸਮਾਰਟ ਪੁਆਇੰਟ, ਇਹ ਸਾਰੀਆਂ ਸਰਵਿਸਿਜ਼ ਨੇ ਜੋ ਕਿ ਇੱਕ ਗਲੀਲੀਓ ਦੁਆਰਾ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਗਲੀਲੀਓ ਦੇ ਵਿੱਚ ਜਿਸ ਤਰ੍ਹਾਂ ਬਾਕੀ ਆਪਾਂ ਕਹਿ ਸਕਦੇ ਹਾਂ, ਅਗਰ ਕਿਸੇ ਇਨਸਾਨ ਨੂੰ ਖੁਦ ਸੋਫਟਵੇਅਰਾਂ ਦੀ ਕਾਫੀ ਨੌਲੇਜ ਹੋਵੇ, ਕਿਸੇ ਟੂਰਿਸਟ ਨੂੰ, ਤਾਂ ਉਹ ਗਲੀਲੀਓ ਦੇ ਵਿੱਚ ਜਾ ਕੇ ਚੈੱਕ ਕਰ ਸਕਦਾ ਹੈ। ਉਹ ਆਪਣੇ ਜਾਂ ਟਰੈਵਲ ਏਜੰਟ ਇਹਨਾਂ ਨੂੰ ਯੂਜ਼ ਕਰਦੇ ਨੇ, ਤਾਂ ਉਹ ਦੇਖਦੇ ਨੇ ਕਿ ਉਸ ਦਿਨ ਕਿੰਨੇ ਜੋ ਟੂਰਿਸਟ ਨੇ ਉਹ ਇਸ ਫਲਾਈਟ ਰਾਹੀਂ ਜਾਣਗੇ, ਜਾਂ ਨੰਬਰ ਆਫ ਪੈਕਸ ਚੈੱਕ ਕਰਦੇ ਨੇ। ਔਰ ਇਸ ਤੋਂ ਇਲਾਵਾ ਹਰ ਇੱਕ ਪੈਕਸ ਦੀ ਜੋ ਏਜ ਹੁੰਦੀ ਹੈ ਜਾਂ ਉਸ ਦਾ ਡੇਟ ਹੁੰਦੀ ਹੈ ਉਸਦੀ, ਤਾਂ ਉਹ ਦੇਖੀ ਜਾਂਦੀ ਹੈ, ਉਹ ਇਸ ਦੇ ਵਿੱਚ ਫਿਲ ਕੀਤੀ ਜਾਂਦੀ ਹੈ। ਜਦੋਂ ਆਪਾਂ ਯਾਨੀ ਕਿ ਇੱਕ ਫੋਰਮ ਫਿਲ ਕਰਦੇ ਹਾਂ ਕਿਸੇ ਵੀ ਟਿਕਟ ਬੁਕਿੰਗ ਕਰਨ ਲਈ, ਇੱਕ ਪ੍ਰੋਸੈਸ ਹੁੰਦੀ ਹੈ ਜੋ ਇਹਨਾਂ ਦੀ, ਜਾਂ ਹੋਟਲ ਰਿਜ਼ਰਵੇਸ਼ਨ ਲਈ ਪ੍ਰੋਸੈਸ ਹੁੰਦੀ ਹੈ, ਤਾਂ ਉਸ ਦੇ ਵਿੱਚ ਇਹ ਸਭ ਹੁੰਦਾ ਹੈ। ਇਸ ਤੋਂ ਇਲਾਵਾ ਟਰੈਵਲ ਪੋਰਟ ਪ੍ਰਾਈਸਿੰਗ ਹੁੰਦਾ ਹੈ ਗਲੀਲੀਓ ਦਾ, ਇੱਕ ਜੋ ਕਾਫੀ ਕਹਿ ਸਕਦੇ ਹਾਂ ਇੰਪੋਰਟੈਂਟ ਪਾਰਟ ਹੁੰਦਾ ਹੈ। ਔਰ ਟਰੈਵਲ ਪੋਰਟ ਰੈਪਿਡ ਪ੍ਰਾਈਸ ਹੁੰਦਾ ਹੈ। ਆਟੋਮੇਟਡ ਐਕਸਚੇਂਜ ਐਂਡ ਰਿਫੰਡਸ ਵੀ ਹੁੰਦੇ ਨੇ। ਜੋ ਪਹਿਲਾਂ ਵੀ ਮੈਂ ਕਿਹਾ, ਜੋ ਆਪਾਂ ਕੈਂਸਲੇਸ਼ਨ ਕਰਨੀ ਚਾਹੁੰਦੇ ਹਾਂ ਕਿਤੇ ਵੀ ਜਾ ਕੇ, ਜਾਂ ਆਪਾਂ ਡੇਟ ਚੇਂਜ ਕਰਨੀ ਚਾਹੁੰਦੇ ਹਾਂ ਆਪਣੇ ਹੋਟਲ ਬੁਕਿੰਗ ਦੀ, ਚਾਹੇ ਕੋਈ ਟਿਕਟਿੰਗ ਦੀ, ਕਿਸੇ ਵੀ ਟਾਈਪ ਦੀ ਟਿਕਟਿੰਗ ਨੂੰ ਆਪਾਂ ਕੈਂਸਲੇਸ਼ਨ ਕਰਵਾਉਣੀ ਚਾਹੁੰਦੇ ਹਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ, ਤਾਂ ਇਸ ਸੋਫਟਵੇਅਰ ਤੋਂ ਆਸਾਨੀ ਨਾਲ ਕਰਵਾਈ ਜਾ ਸਕਦੀ ਹੈ।
ਇਸ ਤੋਂ ਇਲਾਵਾ ਈ ਲਰਨਿੰਗ ਜੋ ਇੱਕ ਡਿਜ਼ਾਈਨ ਕੀਤੀ ਗਈ ਹੈ ਵਿਜੀ ਪ੍ਰੋਫੈਸ਼ਨਲਿਜ਼ਮ ਕੰਪਨੀ ਦੁਆਰਾ। ਇਸ ਤੋਂ ਇਲਾਵਾ ਗਲੀਲੀਓ ਕਸਟਮ ਚੈੱਕ, ਗਲੀਲੀਓ ਵੈਬ ਸਰਵਿਸਿਸ ਜੋ ਕਾਫੀ ਹੱਦ ਜਾਣੀ ਕਿ ਵਰਲਡ ਦੇ ਵਿੱਚ ਕਾਫੀ ਇਹਨਾਂ ਦੀ ਮੰਗ ਕੀਤੀ ਜਾਂਦੀ ਹੈ। ਸੈਬਰੇ ਵੀ ਇੱਕ ਅਜਿਹੀ ਸੋਫਟਵੇਅਰ ਕੰਪਨੀ ਹੈ ਜੋ ਕਿ GDS ਜਾਂ CRS ਨੂੰ ਪ੍ਰੋਵਾਈਡ ਕਰਵਾਉਂਦੀ ਹੈ। 40 ਸਾਲਾਂ ਤੋਂ ਵੀ ਵੱਧ ਦਾ ਇਸ ਦਾ ਤਜਰਬਾ ਹੈ ਸੈਬਰੇ ਦਾ, ਔਰ ਇਹ ਡਿਵੈਲਪ ਕਰ ਰਹੀ ਹੈ। ਇਨੋਵੇਸ਼ਨਸ ਹੁੰਦੀਆਂ ਨੇ ਨਵੀਆਂ ਤੋਂ ਨਵੀਆਂ ਇਸ ਦੇ ਵਿੱਚ। ਔਰ ਜੋ ਸੈਬਰੇ ਉਹ 45 ਕੰਟਰੀਜ਼ ਨੂੰ ਰਿਪਰਜੈਂਟ ਕਰਦੀ ਹੈ ਵਰਲਡ ਦੇ ਵਿੱਚ, ਔਰ ਇੱਕ ਲੀਡਿੰਗ ਪ੍ਰੋਵਾਈਡਰ ਦੇ ਤੌਰ 'ਤੇ ਟੈਕਨੋਲੋਜੀ ਦੇ ਵਿੱਚ ਟਰੈਵਲ ਇੰਡਸਟਰੀ ਦੇ ਵਿੱਚ ਆਪਣੀ ਜਗ੍ਹਾ ਬਣਾ ਰਹੀ ਹੈ। ਇਸ ਦਾ ਜੋ ਹੈੱਡਕੁਆਟਰ ਹੈ ਉਹ ਸਾਊਥ ਲੇਕ ਵਿੱਚ ਹੈ। ਔਰ ਸੈਬਰੇ ਕਨੈਕਟਸ ਮੋਰ ਦੈਨ 60,000 ਟਰੈਵਲ ਏਜੰਸੀਜ਼, 60,000 ਟਰੈਵਲ ਏਜੰਸੀਜ਼ ਔਰ ਲੋਕੇਸ਼ਨਸ ਅਰਾਊਂਡ ਦੀ ਵਰਲਡ। 60,000 ਤੋਂ ਵੀ ਜ਼ਿਆਦਾ ਟਰੈਵਲ ਏਜੰਸੀਜ਼ ਇਸ ਨੂੰ ਯੂਜ਼ ਕਰਦੀਆਂ ਨੇ। ਸੈਬਰੇ ਮਾਰਕੀਟਿੰਗ ਐਂਡ ਪਲਾਨਿੰਗ ਕੀ ਕੈਪੇਬਿਲਿਟੀਜ਼, ਕਿਹੜੀਆਂ ਇਹਨਾਂ ਦੇ ਕੀ ਕੈਪੇਬਿਲਿਟੀਜ਼ ਹੁੰਦੀਆਂ ਨੇ ਮਾਰਕੀਟਿੰਗ ਕਰਨ ਦੀਆਂ। ਮਾਰਕੀਟ ਐਨਾਲਾਈਸਿਸ ਐਂਡ ਸ਼ਡਿਊਲਿੰਗ, ਪ੍ਰਾਈਸਿੰਗ ਐਂਡ ਰੈਵਨਿਊ ਮੈਨੇਜਮੈਂਟ, ਰੈਵਨਿਊ ਅਕਾਊਂਟਿੰਗ, ਕਾਰਗੋ ਮੈਨੇਜਮੈਂਟ, ਇਨ ਫਲਾਈਟ ਸਰਵਿਸਿਜ਼ ਐਂਡ ਕੈਟਰਿੰਗ। ਇਸ ਤੋਂ ਇਲਾਵਾ ਰਿਜ਼ਰਵੇਸ਼ਨ ਐਂਡ ਟਿਕਟਿੰਗ, ਇਨਵੈਂਟਰੀ ਮੈਨੇਜਮੈਂਟ ਐਂਡ ਰੈਵਨਿਊ optimization, departure control and self service tools, shopping and marketing, e-commerce, customer data and insight। और ਕੀ ਆਪਰੇਸ਼ਨਸ ਹੁੰਦੇ ਨੇ ਸੈਬਰੇ ਦੇ। ਫਲਾਈਟ ਆਪਰੇਸ਼ਨਸ, ਏਅਰਪੋਰਟ ਆਪਰੇਸ਼ਨਸ ਕੰਟਰੋਲ ਸੈਂਟਰ, ਕਰੂ ਮੈਨੇਜਮੈਂਟ, ਮੇਨਟੇਨੈਂਸ, ਰੂਟਿੰਗ। ਜੋ ਸੈਬਰੇ ਬਿਜ਼ਨਸ ਹੈ ਉਹ ਵੀ ਕਾਫੀ ਇੱਕ ਸਟਰੋਂਗ ਵਨ ਕਹਿ ਸਕਦੇ ਹਾਂ ਆਪਾਂ, ਦੁਨੀਆ ਦੇ ਵਿੱਚ ਕਾਫੀ ਸਟਰੋਂਗ ਹੈ। ਜੋ ਇਸ ਦੀ ਮਾਰਕੀਟਿੰਗ ਹੈ ਜਾਂ ਇਸ ਦੀ ਜੋ ਪਰਚੇਸਿੰਗ ਹੈ ਕਾਫੀ ਹੁੰਦੀ ਹੈ। ਇਸ ਸੋਫਟਵੇਅਰ ਦੀ ਕਾਫੀ ਯੂਜ਼ ਹੁੰਦਾ ਹੈ ਇਸ ਨੂੰ ਵੀ। ਹਾਂਜੀ, ਵਰਡਸਪੇਨ ਵੀ ਕਾਫੀ ਕਹਿ ਸਕਦੇ ਹੋ ਪ੍ਰਸਿੱਧ ਜਾਂ ਕਾਫੀ ਫੇਮਸ ਸੋਫਟਵੇਅਰ ਹੈ ਜੋ ਕਿ ਕਾਫੀ ਸਾਰੀਆਂ ਟਰੈਵਲ ਏਜੰਸੀਜ਼ ਦੁਆਰਾ ਯੂਜ਼ ਕੀਤਾ ਜਾਂਦਾ ਹੈ। ਇਹ 1990 ਫਰਵਰੀ 1919 ਦੇ ਵਿੱਚ ਜੋ ਕਿ ਹੈ ਫਾਊਂਡ ਹੋਇਆ। ਵਰਡਸਪੇਨ ਵੀ ਦਾ ਹੈੱਡਕੁਆਟਰ ਜੋ ਇਸਦਾ ਹੈ ਉਹ ਐਟਲਾਂਟਾ ਵਿੱਚ ਹੈ, ਔਰ ਅਪਰੋਕਸੀਮੇਟਲੀ 421 ਏਅਰਲਾਈਨਸ ਨੂੰ ਜੋ ਕਨੈਕਟ ਕਰਦਾ ਹੈ ਇਹ। ਔਰ ਇਸ ਤੋਂ ਇਲਾਵਾ 210 ਹੋਟਲ ਕੰਪਨੀਜ਼ ਔਰ 40 ਕਾਰ ਰੈਂਟਲ ਕੰਪਨੀਜ਼, 39 ਟੂਰ ਐਂਡ ਵੋਕੇਸ਼ਨ ਆਪਰੇਸ਼ਨਸ ਐਂਡ 44 ਸਪੈਸ਼ਲ ਟਰੈਵਲ ਸਰਵਿਸ ਸਪਲਾਇਰਸ ਇਸ ਦੀ ਵਰਤੋਂ ਕਰਦੇ ਨੇ, ਇਸ ਦਾ ਯੂਜ਼ ਕਰਦੇ ਨੇ। ਕਿਹੜੇ ਪ੍ਰੋਡਕਟ ਸੋਲਿਊਸ਼ਨਸ ਐਂਡ ਸਰਵਿਸਿਜ਼ ਆਫ ਵਰਡਸਪੇਨ, ਕਿਹੜੀਆਂ ਪ੍ਰੋਡਕਟ ਸੋਲਿਊਸ਼ਨਸ ਨੇ ਵਰਡਸਪੇਨ ਦੇ। ਇਹਨਾਂ ਕਿਹੜੀਆਂ ਸੇਵਾਵਾਂ ਨੇ ਜੋ ਵਰਡਸਪੇਨ ਦੁਆਰਾ ਇਸ ਸੋਫਟਵੇਅਰ ਦੁਆਰਾ ਆਪਣੇ ਕਸਟਮਰਸ ਨੂੰ, ਆਪਣੇ ਕਲਾਇੰਟਸ ਨੂੰ ਦਿੱਤੀਆਂ ਜਾਂਦੀਆਂ ਨੇ। ਵਰਡਸਪੇਨ ਗੋ, ਵਰਡਸਪੇਨ ਏਅਰਲਾਈਨਸ ਸੋਰਸ, ਵਰਡਸਪੇਨ ਫੇਅਰ ਸੋਰਸ, ਵਰਡਸਪੇਨ ਹੋਟਲ ਡਿਸਟ੍ਰੀਬਿਊਸ਼ਨ ਸੋਲਿਊਸ਼ਨਸ, ਵਰਡਸਪੇਨ interactive maps for hotels, WordSpain car rental distribution solutions, WordSpain XML Pro। ਇਸ ਤਰ੍ਹਾਂ ਕਾਫੀ ਸਾਰੇ ਯੂਨੀਕ ਜਾਂ ਕਹਿ ਲਓ ਕਾਫੀ ਫੇਮਸ ਸੋਫਟਵੇਅਰਸ ਹੁੰਦੇ ਨੇ ਜੋ ਕਿ ਸਮੇਂ ਤੋਂ ਹੀ ਟਰੈਵਲ ਏਜੰਸੀਜ਼ ਨੂੰ ਜਾਂ ਏਅਰਲਾਈਨਸ ਨੂੰ ਕਾਫੀ ਫਾਇਦਾ ਪਹੁੰਚਾਉਂਦੇ ਆ ਰਹੇ ਨੇ, ਜਾਂ ਆਪਣਾ ਇਸ ਬਿਜ਼ਨਸ ਨੂੰ ਡਿਵੈਲਪ ਕਰਨ ਦੇ ਵਿੱਚ ਕਾਫੀ ਹੈਲਪ ਕਰਦੇ ਆ ਰਹੇ ਨੇ। ਕਾਫੀ ਇਫੈਕਟਿਵ ਜਾਂ ਆਪਾਂ ਕਹਿ ਸਕਦੇ ਹਾਂ ਇਫੈਕਟਿਵ ਮੈਨਰਸ ਦੇ ਵਿੱਚ, ਇਫੈਕਟਿਵ ਮੈਨਰਸ ਦੇ ਵਿੱਚ ਜੋ ਕਿ ਆਪਾਂ ਇਸ ਨੂੰ ਯੂਜ਼ ਕਰ ਸਕਦੇ ਹਾਂ ਤਾਂ ਕਾਫੀ ਪੈਸੇਂਜਰ, ਕਾਫੀ ਕਲਾਇੰਟਸ ਕਾਫੀ ਲਾਭ ਹਾਸਿਲ ਕਰਦੇ ਨੇ। ਫਲਾਈਟ ਟਿਕਟਿੰਗ ਲਈ, ਹੋਟਲ ਰਿਜ਼ਰਵੇਸ਼ਨ ਲਈ, ਯਾਨੀ ਕਿ ਇਹ ਕਹਿ ਸਕਦੇ ਹਾਂ ਕਿ
ਕੋਈ ਵੀ ਟਰੈਵਲ ਏਜੰਸੀ ਇਹਨਾਂ ਸੌਫਟਵੇਅਰਸ ਦੀ ਮਦਦ ਤੋਂ ਬਿਨਾਂ ਆਪਣਾ ਬਿਜ਼ਨਸ ਨਹੀਂ ਕਰ ਸਕਦੀ, ਆਪਣੇ ਬਿਜ਼ਨਸ ਨੂੰ ਡਿਵੈਲਪ ਨਹੀਂ ਕਰ ਸਕਦੀ। ਅਗਰ ਕੋਈ ਵੀ ਟਰੈਵਲ ਏਜੰਟ ਆਪਣੀ ਟਰੈਵਲ ਏਜੰਸੀ ਖੋਲ੍ਹਣਾ ਚਾਹੁੰਦਾ ਹੈ, ਕੋਈ ਵੀ ਆਪਣਾ ਟਰੈਵਲ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਉਹ ਇਹਨਾਂ ਕੰਪਨੀਆਂ ਦੁਆਰਾ GDS ਜੋ ਪ੍ਰੋਵਾਈਡ ਕਰਾਉਂਦੀਆਂ ਹੈ, ਉਹਨਾਂ ਕੰਪਨੀਆਂ ਦੁਆਰਾ ਆਪਣੇ ਬਿਜ਼ਨਸ ਦਾ ਵਿਸਤਾਰ ਕਰ ਸਕਦਾ ਹੈ। ਇਸ GDS ਨੂੰ ਹਾਸਲ ਕਰਕੇ ਹੀ ਉਹ ਕੋਈ ਵੀ ਟਰੈਵਲ ਏਜੰਸੀ ਆਪਣਾ ਬਿਜ਼ਨਸ ਇਸਟੈਬਲਿਸ਼ ਕਰ ਸਕਦੀ ਹੈ। ਇਸ ਤਰ੍ਹਾਂ ਇਹ ਕੁਝ ਸੋਫਟਵੇਅਰ ਨੇ ਜਿਨ੍ਹਾਂ ਦੇ ਵਿੱਚ ਕਿ ਦਿਨ ਪ੍ਰਤੀ ਦਿਨ ਵਿਕਾਸ ਹੁੰਦਾ ਜਾਂਦਾ ਹੈ, ਦਿਨ ਪ੍ਰਤੀ ਦਿਨ ਕੁਝ ਚੇਂਜਸ ਹੁੰਦੀਆਂ ਜਾਂਦੀਆਂ ਨੇ, ਜੋ ਕਿ ਇੱਕ IT ਡਿਪਾਰਟਮੈਂਟ ਦਾ ਆਪਾਂ ਕਹਿ ਸਕਦੇ ਹਾਂ ਬਹੁਤ ਮਹੱਤਵਪੂਰਨ ਹਿੱਸਾ ਹੁੰਦਾ ਹੈ। ਔਰ ਇਹਨਾਂ ਸੋਫਟਵੇਅਰਾਂ ਨੂੰ ਹੀ ਯੂਜ਼ ਕਰਕੇ ਕੋਈ ਟਰੈਵਲ ਏਜੰਸੀ ਆਪਣਾ ਕੰਮ ਕਰਦੀ ਹੈ, ਜਿਸ ਤਰ੍ਹਾਂ ਹੋਟਲ ਰਿਜ਼ਰਵੇਸ਼ਨ ਕਰਨੀ ਹੈ ਜਾਂ ਟਿਕਟ ਬੁਕਿੰਗ ਕਰਨਾ, ਤਾਂ ਇਹ ਸਭ ਇਹਨਾਂ ਸੋਫਟਵੇਅਰਾਂ ਦੀ ਮਦਦ ਨਾਲ ਹੀ ਯਾਨੀ ਕਿ ਫਾਇਦੇਮੰਦ ਹੋ ਸਕਦਾ ਹੈ ਕਿਸੇ ਟਰੈਵਲ ਏਜੰਸੀ ਲਈ ਆਪਣੇ ਕਹਿ ਸਕਦੇ ਹਾਂ ਬਿਜ਼ਨਸ ਨੂੰ ਪ੍ਰਫੁੱਲਿਤ ਕਰਨਾ। ਸੋ ਇਹ ਸੀ ਮੇਰਾ ਅੱਜ ਦਾ ਟੋਪਿਕ। ਥੈਂਕ ਯੂ।